जो हमारी बिद होती मेरे सतगुरा, सा बिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन केरा, जित मिले चूकै सब सोग संतापे। सतनाम श्री वाहिगुरु साहिब जी। सोरठ महला नौवां। मन की मन ही माहे रही, ना हर भजे ना तीरथ सेवे। चोटी काल गही, मन की मन ही माहे रही, ना हर भजे ना तीरथ सेवे। चोटी काल गही रहाओ, दारा मीत पूत रथ संपत। धन पूरन सब मही, अवर सगल मिथ्या ए जानो। भजन राम को सही, फिरत फिरत बहुते जग हारियो। मानस देह लही, नानक कहत मिलन की बरिया। सिमरत कहाँ नहीं, नानक कहत मिलन की बरिया। सिमरत कहाँ नहीं। वाहिगुरु जी का खालसा, वाहिगुरु जी की फतेह। राजान राज पाना न भ्यां भान। धन सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी गुरु प्यारी गुरु सवारी सा संगत। सतगुरां ने अपार दया दृष्टि कृपा की है, जो आप जी सत संगत दियां ये घड़ियां दा लाहा लै रहे हो। हर रोज़ की तरह पिछले दिनों तो आपां धन सतगुरु नौवें पातशाह श्री गुरु तेग बहादुर सच्चे पातशाह जी दे जो शब्द धन श्री गुरु ग्रंथ साहिब जी दे अंदर गुरु गोबिंद सिंह महाराज जी ने अंकित किए हैं, उन्हां शब्दां दी विचार आपां पिछले दिनों तो आरंभ की है। सोठ राग दे अंदरला ये दूसरा शब्द
ਆਪ ਜੀ ਨੇ ਸਰਵਣ ਕੀਤਾ ਹੈ। ਸਾਧ ਸੰਗਤ, ਜਿੱਥੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਅੱਜ ਵਿਚਾਰ ਕਰਨੀ ਹੈ, ਉੱਥੇ ਹੀ ਅੱਜ ਸੋਢੀ ਸੁਲਤਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ, ਦੇਸ਼ਾਂ 'ਚ ਵਿਦੇਸ਼ਾਂ 'ਚ, ਆਪਣੀ ਆਪਣੀ ਸਮਰੱਥਾ ਮੁਤਾਬਕ ਹਰ ਕੋਈ ਸਤਿਗੁਰਾਂ ਦਾ ਇਹ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਅਤੇ ਭਾਵਨਾ ਦੇ ਨਾਲ ਮਨਾ ਰਿਹਾ ਹੈ। ਮਨਾਉਣਾ ਵੀ ਚਾਹੀਦਾ ਹੈ, ਕਿਉਂਕਿ ਸਾਡੇ ਸਤਿਗੁਰੂ ਹਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇੰਨੀਆਂ ਰਹਿਮਤਾਂ, ਇੰਨੀਆਂ ਬਖਸ਼ਿਸ਼ਾਂ ਲੋਕਾਈ ਦੇ ਉੱਤੇ ਕੀਤੀਆਂ। ਜਿੱਥੇ ਆਪਾਂ ਵਿਚਾਰ ਕਰਨੀ ਹੈ, ਉੱਥੇ ਹੀ ਸਤਿਗੁਰਾਂ ਦੇ ਜੀਵਨ ਬਾਰੇ ਟੂਕ ਮਾਤਰ ਹਵਾਲੇ ਦੇ ਕੇ ਦਾਸ ਨੇ ਅੱਗੇ ਚੱਲਣਾ ਹੈ। ਸਤਿਗੁਰਾਂ ਦਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦਾ ਹੈ। ਪਿਤਾ ਦਾ ਨਾਮ ਹਰਿਦਾਸ, ਮਾਤਾ ਜੀ ਦਾ ਨਾਮ ਦਇਆ ਕੌਰ। ਬੜੇ ਜੋਜ ਸਤਿਗੁਰਾਂ ਨੇ ਬਚਪਨ ਵਿੱਚ ਕੀਤੇ ਨੇ। ਮਾਤਾ ਪਿਤਾ ਦਾ ਸਿਰ ਤੋਂ ਸਾਇਆ ਚਲੇ ਜਾਣ ਤੋਂ ਬਾਅਦ ਨਾਨੀ ਨੇ ਬਾਸਰ ਕੇ ਲੈ ਆਂਦਾ ਹੈ, ਜੋ ਇਹਨਾਂ ਦਾ ਨਾਨਕਾ ਪਿੰਡ ਹੈ। ਇੱਥੇ ਆਣ ਕੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ। ਤੇ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਭਾਈ ਜੇਠਾ ਦੇ ਰੂਪ ਦੇ ਵਿੱਚ ਜਦੋਂ ਘੁੰਗਣੀਆਂ ਵੇਚਦੇ ਨੇ, ਕਹਿੰਦੇ ਇਹਨਾਂ ਦਾ ਮਸਤਕ ਬੜਾ ਚੌੜਾ ਤੇ ਨੈਣ ਨਕਸ਼ ਬੜੇ ਸੁੰਦਰ ਸਨ। ਜਿਹੜਾ ਵੀ ਦੇਖਦਾ ਇਹੀ ਅਨੁਮਾਨ ਲਾਉਂਦਾ ਕਿ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਮਹਾਨ ਮਹਾਤਮਾ ਬਣੇਗਾ। ਜੋ ਗੱਲ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਇੱਕ ਬੜੀ ਸੁੰਦਰ ਘਟਨਾ ਵੀ ਬਚਪਨ ਦੀ ਲਿਖੀ ਹੈ ਕਵੀ ਰਾਜ ਜੀ ਨੇ। ਕਹਿੰਦੇ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਭਾਈ ਜੇਠਾ ਦੇ ਰੂਪ ਦੇ ਵਿੱਚ ਘੁੰਗਣੀਆਂ ਵੇਚ ਰਹੇ ਨੇ। ਇੱਕ ਸਾਧੂ ਆਇਆ ਹੈ, ਇਹਨੇ ਆਣ ਕੇ ਕਿਹਾ ਕਿ ਪੁੱਤਰ ਮੈਨੂੰ ਭੁੱਖ ਲੱਗੀ ਹੈ, ਕੁਝ ਖਾਣ ਨੂੰ ਦੇ, ਤੂੰ ਘੁੰਗਣੀਆਂ ਵੇਚ ਰਿਹਾ ਪਰ ਮੇਰੇ ਕੋਲ ਪੈਸਾ ਨਹੀਂ ਹੈ, ਜੇ ਤੂੰ ਮੈਨੂੰ ਖਾਣ ਲਈ ਦੇ ਦੇਵੇਂ ਤਾਂ ਤੇਰਾ ਬੜਾ ਭਲਾ ਹੋਵੇ। ਭਾਈ ਜੇਠੇ ਨੇ ਇੱਕ ਲੱਪ ਭਰੀ ਹੈ, ਜਿਹਨੂੰ ਬੁੱਕ ਕਹਿੰਦੇ ਆ। ਇਹ ਬੁੱਕ ਭਰ ਕੇ ਭਾਈ ਜੇਠਾ ਜੀ ਨੇ ਇਸ ਸਾਧੂ ਨੂੰ ਦਿੱਤੀ। ਸਾਧੂ ਖਾ ਕੇ ਤ੍ਰਿਪਤ ਨਹੀਂ ਹੋਇਆ। ਉਹਨੇ ਕਿਹਾ ਮੈਨੂੰ ਭੁੱਖ ਹੋਰ ਲੱਗੀ ਹੈ, ਪੁੱਤਰ ਤੇਰਾ ਬੜਾ ਭਲਾ ਹੋਵੇ ਜੇ ਤੂੰ ਮੈਨੂੰ ਹੋਰ ਦੇ ਦੇ। 2 ਲੱਪਾਂ ਹੋਰ ਦਿੱਤੀਆਂ ਭਰ ਕੇ। ਜਦੋਂ ਤਾਂ ਵੀ ਤ੍ਰਿਪਤੀ ਨਾ ਹੋਈ, ਫਿਰ ਉਹ ਸਾਧੂ ਨੇ ਕਹਿ ਦਿੱਤਾ ਕਿ ਪੁੱਤਰ ਮੈਨੂੰ ਹੋਰ ਚਾਹੀਦੀ ਹੈ, ਭੁੱਖ ਬਹੁਤ ਲੱਗੀ ਹੈ। ਤੇ ਸਾਰੀ ਦੀ ਸਾਰੀ ਚੰਗੇਰ ਜਿਹੜੀ ਸੀ ਉਹ ਸਾਧੂ ਦੀ ਝੋਲੀ ਪਾ ਦਿੱਤੀ। ਘਰੇ ਆਏ, ਨਾਨੀ ਨੇ ਡਾਂਟਿਆ ਵੀ, ਪਰ ਸੁਭਾਅ ਜਿਹੜਾ ਸੀ ਉਹ ਬਚਪਨ ਤੋਂ ਹੀ ਐਸਾ ਸੀ ਕਿ ਧਰਮੀ ਪੁਰਖਾਂ ਦੀ ਸੰਗਤ ਕਰਨੀ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ। ਤੇ ਸਾਧ ਸੰਗਤ, ਜਿਹੜਾ ਨਿਮਰਤਾ ਦੇ ਵਿੱਚ ਰਹਿੰਦਾ ਹੈ ਨਾ, ਫਲ ਉਹਨੂੰ ਹੀ ਪ੍ਰਾਪਤ ਹੁੰਦੇ ਆ। ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਇੰਨੀ ਨਿਮਰਤਾ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਾ ਕੇ ਵੀ ਇਹੀ ਕਾਰਜ ਆਰੰਭ ਕੀਤਾ ਹੈ, ਘੁੰਗਣੀਆਂ ਵੇਚਣ ਦਾ। ਜਦੋਂ ਬਾਸਰ ਕੇ ਤੋਂ ਗੁਰੂ ਅਮਰਦਾਸ ਜੀ ਦਾ ਪਰਿਵਾਰ, ਸਤਿਗੁਰੂ ਗੁਰੂ ਅਮਰਦਾਸ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਏ ਤੇ ਭਾਈ ਜੇਠਾ ਜੀ ਵੀ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਚਲੇ ਗਏ ਆ। ਇੱਥੇ ਵੀ ਇਹੀ ਕਾਰਜ ਆਰੰਭ ਕੀਤਾ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦਿਨ ਪੁੱਛਿਆ ਕਿ ਪੁੱਤਰ ਗੁਜ਼ਾਰਾ ਕਿੱਦਾਂ ਚੱਲਦਾ ਹੈ? ਕਹਿੰਦੇ ਮਹਾਰਾਜ ਗੁਜ਼ਾਰਾ ਚੰਗਾ ਹੋ ਰਿਹਾ ਹੈ। ਕਹਿੰਦੇ ਭਾਈ ਫਿਰ ਸਾਰੇ ਦਸਵੰਧ ਦਿੰਦੇ, ਤੂੰ ਕਿਉਂ ਨਹੀਂ ਦਿੰਦਾ?
ਤੇ ਭਾਈ ਜੇਠੇ ਨੇ ਜੇਬ 'ਚ ਹੱਥ ਮਾਰਿਆ, ਜਿੰਨੇ ਪੈਸੇ ਸਨ ਕੱਢ ਕੇ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਰੱਖ ਦਿੱਤੇ। ਮਹਾਰਾਜ ਬੜੇ ਖੁਸ਼ ਹੋਏ ਗੁਰੂ ਅਮਰਦਾਸ ਮਹਾਰਾਜ। ਫਿਰ ਸਤਿਗੁਰਾਂ ਨੇ, ਮੈਂ ਟੂਕ ਮਾਤਰੀ ਹਵਾਲੇ ਦੇਵਾਂ ਕਿਉਂਕਿ ਆਪਾਂ ਸਤਿਗੁਰਾਂ ਦਾ ਸ਼ਬਦ ਵੀ ਵਿਚਾਰਨਾ ਹੈ। ਸਤਿਗੁਰਾਂ ਨੇ ਸਾਧ ਸੰਗਤ ਫਿਰ ਬਹੁਤ ਪ੍ਰੀਖਿਆਵਾਂ ਲਈਆਂ ਆਪਣੇ ਪੁੱਤਰਾਂ ਦੀਆਂ, ਫਿਰ ਆਪਣੇ ਦੋਵਾਂ ਜਵਾਈਆਂ ਦੀਆਂ। ਭਾਈ ਰਾਮਾ ਜੀ ਜੋ ਬੀਬੀ ਦਾਨੀ ਜੀ ਦੇ ਘਰ ਵਾਲੇ ਸਨ, ਬੀਬੀ ਭਾਨੀ ਜੀ ਦੇ ਘਰ ਵਾਲੇ ਭਾਈ ਜੇਠਾ ਜੀ ਸਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਫਿਰ ਦੋਵਾਂ ਜਵਾਈਆਂ ਨੇ ਜਦੋਂ ਥੜੇ ਬਣਾਏ ਹੈ ਤੇ ਜਦੋਂ ਭਾਈ ਰਾਮੇ ਨੇ ਕਿਹਾ ਕਿ ਬਜ਼ੁਰਗੋ ਤੁਹਾਡੀ ਉਮਰ ਵਡੇਰੀ ਹੋ ਗਈ, ਜੋ ਸਵੇਰੇ ਕਹਿ ਕੇ ਜਾਂਦੇ ਹੋ ਸ਼ਾਮਾਂ ਨੂੰ ਭੁੱਲ ਜਾਂਦੇ ਹੋ, ਤੇ ਜਿਹੋ ਜਿਹਾ ਥੜਾ ਤੁਸੀਂ ਕਹਿੰਦੇ ਉਹ ਜਿਹਾ ਨਹੀਂ ਬਣਨਾ। ਮੈਂ ਜਿਹੋ ਜਿਹਾ ਬਣਾਉਣਾ ਮੈਂ ਉਹੋ ਜਿਹਾ ਬਣਾ ਕੇ ਬਸ ਕਰਨੀ, ਮੈਂ ਇਸ ਤੋਂ ਗਾ ਥੜਾ ਨਹੀਂ ਬਣਾਉਣਾ। ਜਦੋਂ ਦੂਜਾ ਤੀਜਾ ਦਿਨ ਲੰਘਿਆ ਤੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਪੁੱਛਿਆ ਕਿ ਪੁਰਖਾ ਤੇਰੇ ਕੋਲੋਂ ਮੇਰੀ ਮਨਪਸੰਦ ਦਾ ਥੜਾ ਕਿਉਂ ਨਹੀਂ ਬਣਦਾ? ਤੂੰ ਥੜੇ ਤੇ ਬਣਾਉਣਾ ਹੈ ਪਰ ਤੇਰੇ ਕੋਲ ਮੇਰੀ ਮਨਪਸੰਦ ਦਾ, ਜਿਵੇਂ ਦਾ ਮੈਂ ਚਾਹੁੰਦਾ ਉਵੇਂ ਦਾ ਥੜਾ ਭਾਈ ਜੇਠੇ ਤੂੰ ਕਿਉਂ ਨਹੀਂ ਬਣਾ ਰਿਹਾ? ਤੇ ਪਤਾ ਉਸ ਸਮੇਂ ਕੀ ਕਿਹਾ ਹੈ ਭਾਈ ਜੇਠਾ ਜੀ ਨੇ? ਦੋਵੇਂ ਹੱਥ ਜੋੜ ਕਰਕੇ ਕਿਹਾ, ਸਤਿਗੁਰੂ ਮੈਂ ਨਿਮਾਣਾ ਅਲਪੱਗ ਬੁੱਧੀ ਜੀਵ, ਤੇਰੀ ਗੱਤ ਕੀ ਜਾਣਾ, ਕੀ ਜਾਣਦਾ ਮੈਂ ਤੇਰੀ ਗੱਤ। ਤੁਸੀਂ ਜੋ ਸਵੇਰੇ ਕਹਿ ਕੇ ਜਾਂਦੇ ਹੋ ਮੈਂ ਸ਼ਾਮਾਂ ਤੱਕ ਭੁੱਲ ਜਾਣਾ। ਮਹਾਰਾਜ ਭਾਵੇਂ ਮੈਂ ਸਾਰੀ ਉਮਰ ਲੱਗਾ ਰਵਾਂ, ਜਿਹੋ ਜਿਹਾ ਥੜਾ ਤੁਸੀਂ ਚਾਹੁੰਦੇ ਉਹੋ ਜਿਹਾ ਮੈਂ ਬਣਾ ਹੀ ਨਹੀਂ ਸਕਣਾ। ਜਦੋਂ ਇਹ ਗੱਲ ਭਾਈ ਜੇਠਾ ਜੀ ਨੇ ਕਹੀ ਹੈ ਨਾ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਚੁੱਕ ਕੇ ਛਾਤੀ ਨਾਲ ਲਾਇਆ। ਤੇ ਫਿਰ ਉਸ ਸਮੇਂ ਫਿਰ ਬਾਬਾ ਸੁੰਦਰ ਜੀ ਪਤਾ ਕੀ ਕਹਿੰਦੇ ਆ, ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਹੈ ਸਤਿਗੁਰਾਂ ਨੂੰ, ਬਾਬਾ ਸੁੰਦਰ ਜੀ ਕਹਿੰਦੇ ਕਿ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤੇ ਉਸ ਸਮੇਂ ਸਿਰਫ ਆਪਣੇ ਪਰਿਵਾਰ ਨੂੰ ਜਾਂ ਸੰਗਤ ਨੂੰ ਨਹੀਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਿਠਾਇਆ। ਪਤਾ ਕਿਹਨੂੰ ਬਿਠਾ ਦਿੱਤਾ? ਕਹਿੰਦੇ ਕਹੈ ਸੁੰਦਰ ਸੁਣੋ ਸੰਤੋ, ਕੋਈ ਇੱਕ ਨਹੀਂ, ਕੋਈ ਦੋ ਨਹੀਂ, ਕੋਈ ਚਾਰ ਨਹੀਂ, ਸਭ ਜਗਤ ਪੈਰੀ ਪਾਏ ਜੀਓ। ਸਾਰੇ ਜਗਤ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਪਾ ਦਿੱਤਾ। ਐਸੀ ਰਹਿਮਤ ਸਤਿਗੁਰਾਂ ਨੇ ਕੀਤੀ ਹੈ। ਸੋ ਸਤਿਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸਮੂਹ ਸੰਗਤ ਨੂੰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਆਓ ਆਪਾਂ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ, ਸੋਠ ਰਾਗ ਦੇ ਅੰਦਰ ਇਹ ਦੂਸਰਾ ਸ਼ਬਦ ਹੈ ਜੋ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਹਨ, ਉਹ ਆਪਾਂ ਵਿਚਾਰਨ ਦਾ ਯਤਨ ਕਰੀਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਸੋਰਠ ਮਹੱਲਾ ਨੌਵਾਂ, ਮਨ ਕੀ ਮਨ ਹੀ ਮਾਹੇ ਰਹੇ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਉ। ਸਤਿਗੁਰਾਂ ਨੇ ਰਹਾਉ ਦਾ ਬੰਦ ਪਹਿਲਾਂ ਉਚਾਰਨ ਕੀਤਾ ਹੈ। ਸਾਧ ਸੰਗਤ, ਸਾਡੇ ਮਨਾਂ 'ਚ ਇੱਕ ਬੜਾ ਵੱਡਾ ਭਰਮ ਹੁੰਦਾ ਹੈ। ਉਹ ਭਰਮ ਦੀ ਗੱਲ ਅੱਜ ਮਹਾਰਾਜ ਨੇ ਕੀਤੀ ਹੈ। ਉਹ ਭਰਮ ਕਿਹੜਾ ਹੈ ਕਿ ਕੋਈ ਗੱਲ ਨਹੀਂ, ਸਮਾਂ ਆਏਗਾ ਪਰਮੇਸ਼ਰ ਨੂੰ ਸਿਮਰ ਲਵਾਂਗੇ, ਬੜੀ ਆਰਜਾ ਬੜੀ ਉਮਰ ਪਈ ਹੈ, ਸਮਾਂ ਆਏਗਾ ਪਰਮੇਸ਼ਰ ਨੂੰ ਸਿਮਰਾਂਗੇ, ਅਜੇ ਤੇ ਜਵਾਨੀ ਹੈ, ਬੁਢੇਪਾ ਆਵੇਗਾ ਤੇ ਸਿਮਰ ਲਵਾਂਗੇ। ਇਹ ਸਾਡੇ ਮਨ ਵਿੱਚ ਹੁੰਦਾ ਹੈ। ਤੇ ਸਤਿਗੁਰਾਂ ਨੇ ਕਿਹਾ ਇਹ ਮਨ ਕੀ ਮਨ ਹੀ ਮਾਹੇ ਰਹੀ। ਸਤਿਗੁਰ ਕਹਿੰਦੇ ਜਿਹੜੇ ਮਨੁੱਖ ਸੰਸਾਰ ਦੇ ਕਾਰਾਂ ਵਿਹਾਰਾਂ ਦੇ ਵਿੱਚ ਲੱਗ ਕੇ ਕਦੀ ਕਦੀ ਇਹ ਮਨ 'ਚ ਵਿਚਾਰ ਲੈ ਆਉਂਦੇ ਆ ਕਿ ਜਦੋਂ ਸਮਾਂ ਲੱਗੇਗਾ ਉਦੋਂ ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਸਿਮਰ ਲਵਾਂਗੇ, ਪਰ ਸਤਿਗੁਰੂ ਕਹਿੰਦੇ ਆ ਭਾਈ ਇਹ ਜਿਹੜਾ ਨਾ ਤੇਰੀ ਮਨ ਦੀ ਮਨ 'ਚ ਹੀ ਰਹਿ ਜਾਣੀ ਆ। ਫਿਰ ਹੋਵੇਗਾ ਕਿ ਮਨ ਕੀ ਮਨ ਹੀ ਮਾਹੇ ਰਹੀ,
सतगुरु कहते आ कि मन की मन दे विच ही रह जानी आ, ना हर भजे ना तू परमेश्वर का भजन किया, तू कहना तो रहना चलो सिमर लवांगे संगत कर लवांगे, हजे मेरे को टाइम नहीं, समा नहीं मेरे को संगत करन दा, बाणी पढ़न दा मेरे को समा नहीं। महाराज कहते आ ना हर भजे ना तीरथ सेवे। सतगुरु कहते ना तो तू परमेश्वर नूं सिमरिया ते ना ही गुरु नूं सेविया। तीरथ तो भाव गुरु तीरथ, ना तू गुरु दे कोल आया ते ना ही तू परमेश्वर का भजन किया, ते इन्ने चिर नूं की हो गया, चोटी काल गही। ते काल जिहड़ा तेरे सिर ते सी ना, उन्हें तेरी चोटी तेनों बोधे तो फड़ के ते घसीर के इत्थों लै गया, शरीर चों जिंद कढ़ के। सतगुरां ने बख्शिश की इस रहाओ दे बंद दे अंदर। महाराज कहते जीव यही सोचता रहिंदा सारी उम्र कि मैं हुण सिमर लवांगा, समा आएगा सिमर लवांगे, अजे किहड़ा किते बजुर्ग हो गए हैं, हजे किहड़ा मौत आ जानी। पर यह भुल गया मनुख कि मौत जिहड़ी सदा ही सिर दे उत्ते रहिंदी है। मौत जिहड़ी है ये मनुख दे सिर दे उत्ते सदीवी ऐ बैठी हुई है, सिर दे उत्ते पता नहीं किहड़े वेले इन्हें लै जाना। महाराज कहते ये जीव यही सारा समा सोचता रहिंदा, मन की मन ही माहे रही, तो मन दियाँ फिर मन च ही लैके इत्थों चला जाता है। उन्ने चिर नूं की हुंदा है कि ये जिहड़ा काल है, मौत जिहड़ी है, ये बोधी तो फड़ के शरीर चों जिंद कढ़ के जम लै जाता है, तो शरीर पिया रह जाता है। तो जिहड़ियां गल्लां सोचियां हुंदियां सन कि मैं आओ करांगा, आ कारज करांगा, महाराज कहते धरे दा धरिया रह जाता। बाबा फरीद जी ने बड़ा सुंदर ये बारे दसिया। महाराज कहते बाबा फरीद जी कहते आ कि भाई ये ना सोच कि उम्र बड़ी वडेरी है। कहते जिमें दरिया का कंढा हुंदा है ना, दरिया का कंढा, दो उदाहरणा दित्तियां उन्होंने। कहते जिमें दरिया का कंढा हुंदा है ना, तो दरिया किते थोड़ा जिहा उछले तो वह कंढा खुर के विच डिग पैंदा है। तो महाराज कहते बस इन्नी क तेरी आरजाई, इन्नी क तेरी उमरी, इन्नी क तेरे सुआस ही कि पता नहीं कदों उछाला आना है काल दा, ते तेनों नाल लैके तुर पैना है। बाबा फरीद जी ने बख्शिश की, कहते फरीदा मौते का बन्ना एवै दिसै, ज्यों दरियावै ढाहा, अगे दोजक तपिया, सुनिया हूल पवै काहा। कहते अगे नरक तपिया होया है, जिहदे विच हाहाकार मची हुई है, जीवां नूं लिया के उत्थे तपाया जाता है। इन्नी क तेरी आरज है जिवें दरिया का कंढा होवे। ते फिर कहते आ एक ना नूं सब सोझी आई, एक फिरदे बेपरवाह। कईयां नूं सोझी आ जाती है, समझ लग जाती है संगत करनी जरूरी है, पर कई बेपरवाह हो के तुरे फिरदे, मौत का डर ही नहीं। एक फिरदे बेपरवाह। फिर बाबा फरीद जी कहते अमल जे कीता दुनी विच से दरगै उगाह। कहते जे अमल कीते होणगे ना दुनिया दे विच, संसार दे विच, फिर तेरा कुछ बन सकदा, दरगाह दे विच नहीं तो तू उदा ही चला जाना है। तो एक होर उन्हां बड़ा सुंदर अगला ही श्लोक है, ਉਹਦੇ ਵਿੱਚ ਆਪਾਂ आम ही पढ़ते ਜਦੋਂ किसी कोई पुरख चढ़ाई करता है कोई जीव, उदों ਆਪਾਂ ਉਹ ਇਹ बड़ा पढ़ते हैं। ये श्लोक है उन्हां दा, कहते फरीदा दरियावै कन्ने बगुला, बैठा केल करे, केल करें दे हंज नूं अचिंते बाज पए तिस रब दे केलां विसरियां, जो मन चेतना चेते सन सो गाली, रब कियां चोटी काल गही। कहते इस तरह मनुख का जीवन है, जिवें कोई बगला जिहड़ा हुंदा है ना, बगला ये दरिया के कंढे ते बड़ा उछलदा है, उत्थों मछियां फड़ फड़ खांदा है। कहते जीव ही संसार जिवें भज्जा फिरदा है, किते किसी कारज नूं हत्थ पा लिया, किते नूं कोई काम कर लग पिया, नाम सिमरन वाल ध्यान नहीं। कहते फिर अचिंते बाज पै जाते, परमेश्वर के जम आ जाते हैं, शरीर चों कढ़ के लै जाते रूह नूं। ते फिर जो चित्त दे विच सन ना कि समा आएगा सिमर लवांगे, समा आएगा भज लवांगे परमेश्वर नूं, मारे कहते केलां विसरियां। वो जो मन दे विच चेता सी ना, जो करना सी, ये करांगे ओ करांगे, वो धरे दा धरिया रह गया। ते शरीर दे विचों जम ने जिहड़ा सी वो रूह नूं कढ़ के गांह लै गया, ते शरीर धरे दा धरिया रह गया, चोटी काल गई। मारे कहते मन की मन ही माहे रही,
ਭਾਈ ਤੇਰੇ ਮਨ ਦੇ ਵਿੱਚ ਹੀ ਰਹਿ ਜਾਣੀ ਹੈ, ਤੇ ਨਾ ਤੂੰ ਪਰਮੇਸ਼ਰ ਨੂੰ ਭਜਦਾ, ਨਾ ਤੂੰ ਗੁਰੂ ਤੀਰਥ ਦੇ ਕੋਲ ਆਉਣਾ ਹੈ। ਤੇ ਫਿਰ ਸਮਾਂ ਐਸਾ ਆ ਜਾਂਦਾ ਕਿ ਤੈਨੂੰ ਪਤਾ ਨਹੀਂ ਕਿਹੜੇ ਵੇਲੇ ਜਮਾਂ ਨੇ ਫੜ ਕੇ ਚੋਟੀ ਕਾਲ ਗਈ, ਤੈਨੂੰ ਬੋਧੀ ਤੋਂ ਫੜ ਕੇ ਚੋਟੀ ਹੁੰਦੀ ਹੈ, ਜਿਹੜਾ ਸਿਰ ਦੇ ਵਾਲਾਂ ਦੀ ਚੋਟੀ, ਉੱਥੋਂ ਫੜ ਕੇ ਜੰਮ ਤੈਨੂੰ ਧੂ ਕੇ ਲੈ ਜਾਣਗੇ, ਫਿਰ ਤੇਰਾ ਕੁਛ ਨਹੀਂ ਬਣ ਸਕਦਾ। ਇਸੇ ਕਰਕੇ ਸਾਧ ਸੰਗਤ ਭਗਤ ਕਬੀਰ ਜੀ ਨੇ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ। ਉਹਨਾਂ ਨੇ ਇੱਕ ਨਾ ਬੜੀ ਸੁੰਦਰ ਉਹਦੇ ਨਾਲ ਉਥਾਨਕਾ ਵੀ ਦਿੱਤੀ ਹੈ ਸੰਪਰਦਾਇ ਵਿਦਵਾਨਾਂ ਨੇ। ਕਹਿੰਦੇ ਆ ਕਿ ਇੱਕ ਪੁਰਖ ਦੇ ਕੋਲ ਬਾਬਾ ਕਬੀਰ ਸਾਹਿਬ ਗਏ, ਤੇ ਉਹ ਜਿਹੜਾ ਸੀ ਉਹ ਮਾਇਆ ਦੇ ਵਿੱਚ ਬੜਾ ਗਲਤਾਨ, ਤੇ ਬਾਬਾ ਫਰੀਦ ਸਾਹਿਬ ਗਏ ਤੇ ਇਹਨੇ ਬਾਬਾ ਫਰੀਦ ਸਾਹਿਬ ਦੀ ਕੋਈ ਗੱਲ ਨਾ ਸੁਣੀ। ਬਾਬਾ ਫਰੀਦ ਸਾਹਿਬ ਖਲੋਤੇ ਰਹੇ ਇਹਦੇ ਕੋਲ, ਕੰਮਾਂ ਕਾਰਾਂ 'ਚ ਬੜਾ ਬਿਜੀ, ਆਏ ਗਏ ਵੱਲ ਧਿਆਨ ਨਹੀਂ, ਬਸ ਆਪਣੇ ਕੰਮ ਵੱਲ ਧਿਆਨ ਹੀ, ਹਰ ਵੇਲੇ ਉੱਧਰ ਹੀ ਲੱਗਾ ਰਵੇ। ਤੇ ਬਾਬਾ ਕਬੀਰ ਸਾਹਿਬ ਨੇ ਕਿਹਾ, ਭਗਤ ਕਬੀਰ ਸਾਹਿਬ ਨੇ, ਕਹਿੰਦੇ ਭਾਈ ਮੇਰੀ ਗੱਲ ਤੇ ਸੁਣ ਲਾ। ਕਹਿੰਦਾ ਜੀ ਮੇਰੇ ਕੋਲ ਸਮਾਂ ਨਹੀਂ ਹੈਗਾ। ਕਬੀਰ ਸਾਹਿਬ ਸਮਾਂ ਕਿਉਂ ਨਹੀਂ ਹੈਗਾ ਤੇਰੇ ਕੋਲ? ਕਬੀਰ ਸਾਹਿਬ ਕਹਿੰਦੇ ਜੀ ਕੰਮਾਂ ਕਾਰਾਂ 'ਚ ਬੜਾ ਬਿਜੀ ਆ, ਮੇਰੇ ਕੋਲ ਤੁਹਾਡੀ ਗੱਲ ਸੁਣਨ ਦਾ ਸਮਾਂ ਨਹੀਂ ਹੈਗਾ। ਤੇ ਕਬੀਰ ਸਾਹਿਬ ਕਹਿੰਦੇ ਤੈਨੂੰ ਪਤਾ ਹੈ ਮੌਤ ਤੋਂ ਬਾਅਦ ਕੋਈ ਪਤਾ ਨਹੀਂ ਕਿਹੜੀ ਜੂਨ ਤੈਨੂੰ ਮਿਲ ਜਾਣੀ ਹੈ, ਕੋਈ ਪਤਾ ਨਹੀਂ ਕਿਹੜੀ ਜੂਨ ਦੇ ਵਿੱਚ ਚਲਾ ਜਾਣਾ ਹੈ, ਪਰਮੇਸ਼ਰ ਦਾ ਨਾਮ ਸਿਮਰਿਆ ਕਰ। ਕਹਿੰਦਾ ਜੀ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ, ਪਰਮੇਸ਼ਰ ਦਾ ਨਾਮ ਕੌਣ ਸਿਮਰੇ, ਮੇਰੇ ਕੋਲ ਨਹੀਂ ਸਿਮਰਿਆ ਜਾਣਾ, ਮੈਂ ਨਹੀਂ ਸਿਮਰ ਸਕਦਾ, ਮੈਂ ਤਾਂ ਆਪਣਾ ਪਰਿਵਾਰ ਪਾਲਣਾ ਹੈ, ਇੰਨਾ ਕੁਝ ਕਰਨਾ ਹੈ ਸੰਸਾਰ ਦੇ ਵਿੱਚ, ਇੰਨਾ ਕੁਝ ਕਾਰਜ ਕਰਨ ਵਾਲੇ ਮੇਰੇ ਪਏ ਆ, ਤੇ ਮੈਂ ਜੇ ਪਰਮੇਸ਼ਰ ਨੂੰ ਸਿਮਰ ਲੱਗ ਗਿਆ ਪਰਿਵਾਰ ਕੌਣ ਪਾਲੂਗਾ? ਤੇ ਕਬੀਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਤੇਰਾ ਪਰਿਵਾਰ ਵੀ ਪਲਦਾ ਰਹੂਗਾ, ਪਰ ਤੂੰ ਇੰਝ ਨਾ ਕਰ, ਪਰਮੇਸ਼ਰ ਨੂੰ ਤੇ ਯਾਦ ਕਰ, ਕਿਤੇ ਨਾ ਕਿਤੇ ਸਿਮਰ ਤੇ ਸਹੀ ਉਹਨੂੰ, ਵਾਹਿਗੁਰੂ ਨੂੰ। ਕਹਿੰਦਾ ਜੀ ਮੇਰੇ ਕੋਲ ਇਹ ਕੰਮ ਨਹੀਂ ਹੋਣਾ। ਕਬੀਰ ਸਾਹਿਬ ਕਹਿੰਦੇ ਚੱਲ ਠੀਕ ਹੈ ਭਾਈ, ਨਾ ਸਹੀ। ਸਮਾਂ ਆਇਆ, ਇਹਦੀ ਮੌਤ ਹੋ ਗਈ, ਤੇ ਜਦੋਂ ਮੌਤ ਹੋਈ ਤੇ ਅਗਲਾ ਜਨਮ ਮੈਨੂੰ ਬੈਲ ਦਾ ਮਿਲਿਆ, ਬਲਦ ਦਾ, ਤੇ ਮਿਲਿਆ ਵੀ ਇਹਦੇ ਆਪਣੇ ਘਰ ਦੇ ਵਿੱਚ, ਜਿਨ੍ਹਾਂ ਧੀਆਂ ਪੁੱਤਰ ਸਨ ਨਾ, ਜਿਨ੍ਹਾਂ ਵਾਸਤੇ ਕਮਾਉਂਦਾ ਸੀ, ਜਿਨ੍ਹਾਂ ਵਾਸਤੇ ਇੰਨਾ ਕੁਝ ਕਰਦਾ ਸੀ, ਉਹਨਾਂ ਦੇ ਘਰੇ ਬੈਲ ਬਣ ਕੇ ਆ ਗਿਆ। ਤੇ ਜਦੋਂ ਬੈਲ ਬਣ ਕੇ ਆਇਆ ਤੇ ਸਾਧ ਸੰਗਤ ਦੇ ਨੱਕ ਦੇ ਵਿੱਚ ਇਹਦੇ ਪੁੱਤਰਾਂ ਪੋਤਰਿਆਂ ਨੇ ਪਾਈ ਨੱਥ, ਤੇ ਹੱਲ ਵਾਹੁਣ ਵਾਸਤੇ ਇਹਨੂੰ ਲੈ ਗਏ। ਤੇ ਜਦੋਂ ਹੱਲ ਵਾਹੁਣ ਵਾਸਤੇ ਜੋਇਆ ਤੇ ਇਹ ਤੁਰੇ ਨਾ, ਚੱਲੇ ਨਾ, ਬੜੀਆਂ ਡਾਂਗਾਂ ਸੁੱਟੇ ਇਹਦੇ ਪੁੱਤ ਪੋਤਰਿਆਂ ਨੇ ਮਾਰੇ ਕਿ ਕਿਉਂ ਨਹੀਂ ਇਹ ਬੈਲ ਤੁਰਦਾ ਪਿਆ। ਇੰਨੇ ਚਿਰ ਨੂੰ ਕਿਤੇ ਭਗਤ ਕਬੀਰ ਸਾਹਿਬ ਉਹਦੇ ਨੂੰ ਲੰਘਦੇ ਪਏ ਸੀ, ਤੇ ਜਦੋਂ ਲੰਘਦੇ ਇਹਦੇ ਵੱਲ ਵੇਖਿਆ ਤੇ ਅੰਤਰਾਤਮਿਕ ਦ੍ਰਿਸ਼ਟੀ ਦੇ ਨਾਲ ਭਗਤ ਕਬੀਰ ਸਾਹਿਬ ਨੇ ਵੇਖਿਆ ਇਹਨੂੰ, ਤੇ ਕਹਿੰਦੇ ਇਹ ਤੇ ਲੈ ਉਹੀ ਆ ਜਿਹਨੂੰ ਮੈਂ ਕਹਿਣਾ ਹੁੰਦਾ ਸੀ ਕਿ ਪਰਮੇਸ਼ਰ ਨੂੰ ਸਿਮਰ ਲਾ, ਭਜ ਲਾ, ਯਾਦ ਕਰ ਲਾ, ਤੇ ਅੱਜ ਦੇਖ ਕੀ ਬਣਿਆ ਫਿਰਦਾ। ਫਿਰ ਭਗਤ ਕਬੀਰ ਸਾਹਿਬ ਨੇ ਇਹਦੇ ਕੰਨ 'ਚ ਕਿਹਾ ਕਿ ਭਾਈ ਤੈਨੂੰ ਕਿਹਾ ਸੀ ਕਿ ਪਰਮੇਸ਼ਰ ਨੂੰ ਸਿਮਰ ਲਾ, ਭਜ ਲਾ, ਯਾਦ ਕਰ ਲਾ, ਤੇ ਤੂੰ ਉਦੋਂ ਸਿਮਰਿਆ ਨਹੀਂ, ਤੇ ਹੁਣ ਵੇਖ ਲਾ ਤੇਰੀ ਹਾਲਤ ਕੀ ਹੋਈ ਪਈ ਆ, ਤੇ ਹੁਣ ਤੂੰ ਆਪਣੇ ਪੁੱਤਾਂ ਪੋਤਰਿਆਂ ਦੇ ਕੋਲੋਂ ਡਾਂਗਾ ਖਾ ਰਿਹਾ, ਤੇ ਨਾਲੇ ਉਹਨਾਂ ਦੇ ਖੇਤ ਜਿਉਂਦਾ ਪਿਆ, ਤੇ ਇਹ ਤੈਨੂੰ ਹੁਣ ਜਿਉਣਾ ਹੀ ਪੈਣਾ, ਹੁਣ ਤੈਨੂੰ ਚੱਲਣਾ ਪੈਣਾ। ਕਬੀਰ ਸਾਹਿਬ ਦੀ ਗੱਲ ਸੁਣ ਕੇ ਤੇ ਉਹ ਚੱਲ ਪਿਆ, ਤੇ ਉਹਨੇ ਖੇਤ ਜਿਉਣਾ ਸ਼ੁਰੂ ਕਰ ਦਿੱਤਾ। ਇਹਦੇ ਪੁੱਤ ਪੋਤਰੇ ਲਾਗੇ ਖੜੇ ਸਨ, ਹੈਰਾਨ ਹੋ ਗਏ। ਇਹਨਾਂ ਨੇ ਫਿਰ ਕਿਹਾ ਕਿ ਕਬੀਰ ਸਾਹਿਬ ਇਹ ਕੀ ਗੱਲ, ਤੁਸੀਂ ਇਹਦੇ ਕੰਨ ਵਿੱਚ ਕਿਹਾ ਕੀ ਹੈ, ਸਾਨੂੰ ਵੀ ਤਾਂ ਦੱਸੋ ਇਹਦੇ ਕੰਨ 'ਚ ਤੁਸੀਂ ਕਿਹਾ ਕੀ ਹੈ। ਤੇ ਫਿਰ ਉਸ ਸਮੇਂ ਭਗਤ ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਕਿ ਅਸੀਂ ਭਾਈ ਇਹਨੂੰ ਇਹੀ ਗੱਲ ਕਹੀ ਆ ਕਿ ਭਾਈ ਚਾਰ ਪਾਵ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਾਈ ਹੈ। ਕਹਿੰਦੇ ਇਹਦੇ ਕੋਲ ਮੈਂ ਗਿਆ ਸੀ ਇੱਕ ਵਾਰੀ ਇਹਦੇ ਕੋਲ ਜਾ ਕੇ ਇਹਨੂੰ ਕਿਹਾ ਸੀ ਭਾਈ ਜਦੋਂ ਤੂੰ ਮਰ ਗਿਆ ਇਸ ਤੋਂ ਬਾਅਦ ਤੇਰਾ ਜੀਵਨ ਦਾ ਕੋਈ ਪਤਾ ਨਹੀਂ ਕਿ ਤੇਰੇ ਚਾਰ ਪੈਰ ਹੋਣ, ਦੋ ਸਿੰਘ ਹੋਣ, ਗੂੰਗਾ ਤੇਰਾ ਮੁਖ ਹੋਵੇਗਾ, ਤੇ ਹੁਣ ਫਿਰ ਤੂੰ ਕਿਵੇਂ ਪਰਮੇਸ਼ਰ ਦੇ ਗੁਣ ਗਾਵੇਂਗਾ। ਇਹਨੂੰ ਮੈਂ ਉਦੋਂ ਕਿਹਾ ਸੀ ਤਬ ਕੈਸੇ ਗੁਣ ਗਾਈ ਹੈ, ਊਠਤ ਬੈਠਤ ਠੇਗਾ ਪਹਿਰੈ ਤਬ ਕਤ ਮੂੰਢ ਲੁਕਾਈ ਹੈ। ਕਹਿੰਦੇ ਉਦੋਂ ਮੈਨੂੰ ਕਿਹਾ ਸੀ ਕਿ ਉਦੋਂ ਕਿਵੇਂ ਮੂੰਹ ਲੁਕਾਵੇਂਗਾ ਜਦੋਂ ਤੈਨੂੰ ਤੁਰਦੇ ਫਿਰਦੇ ਨੂੰ ਠੇਡਾ ਲੱਗੇਗਾ। ਹਰ ਬਿਨ ਬੈਲ ਬਰਾਨੇ ਹੋਈ ਹੈ, ਹਰੀ ਦੇ ਨਾਮ ਤੋਂ ਬਿਨਾ ਮਨੁੱਖ ਬੈਲ ਵਰਗਾ ਹੈ। ਕਬੀਰ ਸਾਹਿਬ ਕਹਿੰਦੇ ਹਰੀ ਦੇ ਨਾਮ ਤੋਂ ਬਿਨਾ ਮਨੁੱਖ ਨੂੰ ਜਿਹੜਾ ਨਾਮ ਨਹੀਂ ਸਿਮਰਦਾ ਉਹਨੂੰ ਬੈਲ ਜਾਂ ਇਹੋ ਜਿਹੀਆਂ ਜੁਨੀਆਂ ਪ੍ਰਾਪਤ ਹੁੰਦੀਆਂ। ਹਰ ਬਿਨ ਬੈਰ ਬਰਾਨੇ ਹੋਈ ਹੈ,
फाके नाकन टूटे कादन कदों को भुस खाई है। कहते तेरे कंधे जिहड़े टुट जाने आ, नक दे विच नत्थ पै जानी है, ते तैनूं पता नहीं की खाना पवेगा। ते जे परमेश्वर नूं सिमर लवेंगा तो तेरी मुक्ति है। इसे करके तो क्या है ना सतगुरां ने अज कि भाई मनुख ये गल कहंदा रहिंदा, कोई नहीं समा आवेगा सिमर लवांगे, समा आवेगा याद कर लांगे परमेश्वर नूं, पर पता नहीं कदों काल आ गया तो इस काल ने इत्थों लै जाना है। तो इसे करके सतगुरां ने बख्शिश की। सतगुरां ने कहा कि भाई अब ना भजस कब भाई, आवे अंत ना भजया जाई। जदों अंत आ गया उदों किवें भजेगा, उदों किवें याद करेगा परमेश्वर नूं। आवे अंत ना भजया जाई, जो किश करे सोई अवसार, फिर पछतावोगे ना पावो पार। कहते फिर पछताउणा पैना तेनू जीवन दे विच, जे तू परमेश्वर नूं याद नहीं करेगा, जे वाहिगुरू दा सिमरन नहीं करेगा तो तेरा जीवन ऐसा हो जाना है। इसे करके सतगुरां ने अज ये बख्शिश की है कि शरीर जिहड़ा है ना मनुखा शरीर, यही एक ऐसा शरीर है जिहदे विच रह करके परमेश्वर की बंदगी, परमेश्वर का नाम सिमरन किया जाना है। पर इस शरीर दे विच रह के मनुख कुकर्मां विच लगा रहिंदा है। सारा दिन जिहड़ा है ना, सारा दिन विकारां दे विच गवा लैंदा है, परमेश्वर वाहिगुरू नूं सिमरदा ही नहीं, याद नहीं करदा। ते इसे करके महाराज कहंदे आ कि मन की मन ही माहे रही, ना हर भजे ना तीरथ सेवे, चोटी काल गई। तो इसे तरह फिर अंत समा आ जाता है। रहाओ विश्राम दे के सतगुरु बख्शिश करते ने, दारा मीत पूत रथ संपत, धन पूरन सब मही। मारे कहते किन्ना गल्लां दे विच गलतान है मनुख। दारा इस्त्री, मीत मित्र, पूत पुत्र, रथ गड्डियां, संपत संपत्ति, घर बार, धन जिन्ना भी है कोल धाने दे, पूर्ण सब मही, ये जिन्ना कुछ ये कोल पूर्ण होया पिया। मही भाव मही का अर्थ धरती भी हुंदा साध संगत। ये जिन्नी धरती है ये कोल उहदे पिछे लगा रहिंदा है, अपनी इस्त्री दे विच पलचिया रहिंदा है, दोस्तां मित्रां नाल रल के पार्टियां करदा है, वड्डे वड्डे जशन मनाउंदा है। पुत्र नूं प्यार दे विच, पितर दे प्यार 'च ही पागल होया रहिंदा है। धन संपदा इन्नी है कि उहदे विच ही गलतान है। तो एक छोटी गड्डी तो वड्डी आ गई तो उहदे नाल ही लगा रहिंदा है, हर वेले उहनूं धोण 'च कई वारी बतीत कर दिंदे कुछ लोग। महाराज कहते इसे तरह मनुख जिहड़ा है धन पूरन सब मही, इस धरती दे उत्ते जिन्ना भी उहदे कोल धन पदार्थ है उन्हां रिश्तियां नातियां दे विच ही मनुख लगा होया है। ते जदों इहनूं कहा जावे भाई परमेश्वर सिमर ला, ते उदों कहंदा कोई नहीं समा आएगा सिमर लवांगे, कोई गल नहीं। ते महाराज कहते इहनूं ये नहीं पता, आवर सगल मिथ्या ए जाना, भजन राम को सही। मार कहते इनू ये नहीं पता कि ये सारा कुछ मिथ्या है, थोड़ चिरा है, ये पक्का नहीं रहना। मार कहते अवर सगल मिथ्या है जानो, ये जिहड़ा सारा कुछ पिछली पंक्ति च मार कहते दसिया है ना, ये मिथ्या है। अवर सगल मिथ्या ये जानो, फिर असली तत्त की है, भजन राम को सही। परमेश्वर दा वाहिगुरू दा सिमरन भजन उन्हों याद करना जिहड़ा है ना, वो असली सही गल है, वो प्रमाणिक गल है परमेश्वर नूं याद करना। बाकी सब संसार के सतगुर कहते मिथ्या है, थोड़ चिरा है। फिर सतगुरां ने अगले बंद के अंदर बख्शिश की है, फिरत फिरत बहुते जुग हारियो, मानस देह लही। मार कहते कोई ये जिहड़ी देही है मैं नहीं मिल गई, पता नहीं किन्ने क जन्म तेनू भरमना पै गया। फिरत फिरत बहुते जुग हारियो, कई जुगां तो मनुख सफ़र करता आ रहा है। मन का सफ़र साध संगत कभी खत्म नहीं हुंदा, शरीरां दे जिहड़े आ ना सफ़र वो खत्म हो जाते। शरीर चोटी काल गही, शरीर जिहड़ा है वो इत्थे प्यार आ जाता है, विचों जिहड़ा है सूक्ष्म देह नूं कढ के जम लै जांदे आ। फिर लेखा हुंदा है, फिर उस तो बाद जिहड़ा मन है ना, उस मन के अनुसार ही, उस प्रारब्ध कर्मां के अनुसार फिर अगला जन्म मिल जाता है, अगली जून प्राप्त हो जाती मनुख। फिरत फिरत बहुते जुग हारे,
महाराज कहते इसे तरह फिरत फिरत कई युग मनुख जिहड़ा फिरदा फिरदा किते जाके इनू ये मनुखा देही मिली है। पर इस देही दी वडियाई इन्नी है, इस देही को सिमरे देव सो देही भज हर की सेव। पर मनुख नूं पता ही नहीं लगता पिया, ये भाने के बस संसार ते आए हैं ते ऐश करके मौज करके इथों चले जाइए तो परमेश्वर नूं भजन वाल परमेश्वर के नाम वाल ध्यान ही नहीं जाता। महाराज कहते मत सोच के बस शरीर मिल गया तो ये शरीर खत्म हो जाएगा तो काम खत्म हो जाएगा, नहीं। महाराज कहते फिरत फिरत बहुते युग हारियो मानस दे लही। तेनों ये मानस दे जे मिली है तो कई युग फिर के मिली है, तो पर जे सिमरन नहीं करेगा फिर इस तो फिर बाद पता नहीं किन्ने युग तेनों इस तरह फिरना पवेगा। ये मत सोची कि मैं मुक्त हो जावांगा, बस इस शरीर तक ही सीमित है, पता नहीं कितना चिर तेनों फिरना पवेगा। नानक कहत मिलन की बरिया सिमरत कहा नहीं। सतगुरु अखीरली पंक्ति के अंदर बख्शिश कर दे। गुरु तेग बहादुर सच्चे पातशाह कहते भाई नानक कहत मिलन की बरिया, मैं तेनों कहना है कि ये तेरी मिलन की वारी है परमेश्वर वाहिगुरू। नानक कहत मिलन की बरिया फिर सिमरत कहा नहीं। क्यों नहीं भलिया तो सिमरदा परमेश्वर नूं, क्यों नहीं उस वाहिगुरू नूं याद करदा। ये तेरी वारी है मनुखा देही, ये ना समझ के बस मनुखा देही मिली है, तेनों वारी मिली है एक। क्योंकि साध संगत बच्चे खेडते हैं ना, तो एक दूजे की वारी हुंदी है। जिवें कोई लुकन मिट्टी बच्चे खेडते होने, एक दी वारी हुंदी बाकी लुक जाते हैं। तो महाराज कहते इस तरह तेनों एक वारी मिली है मनुखा देही, तो ये ना समझ के बस ऐश इश्शत तादारा पूत इन्हां दे पिछे लग के संपत दे पिछे धन दे पिछे लग के तू सारा कुछ इस तरह करके चला जावें। महाराज कहते नानक कहत मिलन की बरिया। महाराज कहते मैं तेनों कहना कि भाई ये परमेश्वर नूं मिलन दी तेरी वारी है। सिमरत कहा नहीं भलिया, क्यों नहीं सिमरदा परमेश्वर नूं, फिर क्यों नहीं वाहिगुरू नूं सिमरदा। सिमर उस परमेश्वर अकाल पुरख वाहिगुरू नूं, क्योंकि मन की मन ही माहे रही ना हर भजे ना तीर्थ सेवे झूठी गाल कही। क्योंकि तेरी मन दी मन च ही रह जानी भलिया सिमर ला, तेरी मन दियाँ मन च ही रह जाणगियां, परिवार संपत सारा कुछ छड्ड के चला जाना है। मन की मन ही माहे रही ना हर भजे ना तीर्थ सेवे चोटी काल गही। अंत नूं फिर ऐसी मौत आनी है जिन्हें काल ने आके तेनू नाश कर देना, तेरे शरीर का नाश हो जाना है। पर यह याद रखी तेरा जिहड़ा वार वार इस संसार ते आना होना है, कई जूना च भटकना पैना है, पर जे सिमर लवेगा तो तेरा भला होएगा। इस करके गुरु तेग बहादुर जी ने अज दे इस पावन शब्द के अंदर यही बख्शिश की है कि मनुख सारी उम्र यो कहता कि धर्म कर्म कर लांगे जो समा आवेगा। पर साध संगत समा ऐसा आता है कि मनुख नूं नाल ही लै जाता है अपने, तो फिर मनुख सिर्फ एक शरीर बनिया धरती ते प्यार रहिंदा है, मुर्दा हो के तो फिर मुर्दा थोड़ी सिमरन कर सकता है। तो ये तो फिर नाम सिमरन वही कर सकता जिहदे अंदर जिंद है। तो नाम सिमरांगे तो सतगुरु कहते भला होवेगा। संसार दे विच नाम की सब तो वड्डी वडियाई है। सो इन्नियां बेनतियां प्रवान करनियां, होइयां भुल्लां चुकां दी खिमा सतगुरु बख्शनहार हन। गुरु संगत बख्शनहार है, बख्श लेना जी। बुलाओ फतेह। वाहिगुरू जी का खालसा, वाहिगुरू जी की फतेह।